ਭਵਾਨੀਗੜ੍ਹ ਵਿਖੇ ਪ੍ਰਾਈਵੇਟ ਬੱਸ ਮਾਲਕਾਂ ਦੀ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਾਰੇ ਬੱਸ ਮਾਲਕਾਂ ਨੇ ਇੱਕੋ ਸੁਰ 'ਚ ਆਖਿਆ ਕਿ 100 ਦਿਨ ਤੋਂ ਉੱਪਰ ਹੋ ਚੁੱਕੇ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਏ ਲੋਕਡਾਊਨ ਨੂੰ। ਉਹਨਾਂ ਆਖਿਆ ਕਿ ਉਹਨਾਂ ਨੇ ਆਪਣੀਆਂ ਬੱਸਾਂ ਜਿੱਥੇ ਜਗ੍ਹਾ ਮਿਲੀ ਉੱਥੇ ਹੀ ਖੜੀਆਂ ਕਰ ਦਿੱਤੀਆਂ। ਉਹਨਾਂ ਆਖਿਆ ਕਿ ਉਹਨਾਂ ਦੇ ਡਰਾਈਵਰ ਕੋਈ ਸਬਜ਼ੀ ਵੇਚ ਰਿਹਾ ਹੈ ਤੇ ਕੋਈ ਮਜ਼ਦੂਰੀ ਕਰ ਰਿਹਾ ਹੈ। ਹੁਣ ਤਾਂ ਉਹਨਾਂ ਦੇ ਵੀ ਰੋਟੀ ਦੇ ਲਾਲੇ ਪੈਣੇ ਸ਼ੁਰੂ ਹੋ ਗਏ ਨੇ, ਕਿਉਂਕਿ ਸਰਕਾਰ ਉਹਨਾਂ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀ ਅਤੇ ਉਹਨਾਂ ਦਾ 3 ਮਹੀਨਿਆਂ ਦਾ ਰੋਡ ਟੈਕਸ ਤਾਂ ਮੁਆਫ ਕਰ ਦਿੱਤਾ ਹੈ, ਜਿਸ ਲਈ ਉਹ ਸਰਕਾਰ ਦਾ ਧੰਨਵਾਦ ਵੀ ਕਰਦੇ ਨੇ। ਪਰ ਹੁਣ ਪੰਜਾਬ ਸਰਕਾਰ ਨੇ ਬੱਸਾਂ ਨੂੰ ਪੂਰੀਆਂ ਭਰ ਕੇ ਚਲਾਉਣ ਦੇ ਆਦੇਸ਼ ਦੇ ਦਿੱਤੇ ਨੇ। ਕੁਝ ਦੇਰ ਲਈ ਤਾਂ ਉਹਨਾਂ ਨੂੰ ਖੁਸ਼ੀ ਹੋਈ ਕਿ ਹੁਣ ਉਹਨਾਂ ਦਾ ਕਾਰੋਬਾਰ ਪਟੜੀ ਤੇ ਆ ਜਾਏਗਾ, ਪਰ ਉਹਨਾਂ ਦੇ ਕੁਝ ਟਰਾਂਸਪੋਰਟ ਭਾਈਆਂ ਨੇ ਆਪਣੀਆਂ ਬੱਸਾਂ ਬੱਸ ਸਟੈਂਡ ਵਿੱਚ ਖੜੀਆਂ ਕਰ ਦਿੱਤੀਆਂ। ਦੁੱਖ ਉਸ ਸਮੇਂ ਹੋਇਆ ਜਦੋਂ ਕਿਸੇ ਬੱਸ 'ਚ 2 ਸਵਾਰੀਆਂ ਤੇ ਕਿਸੇ ਬੱਸ 'ਚ 5 ਤੋਂ ਜ਼ਿਆਦਾ ਸਵਾਰੀਆਂ ਨਾ ਬੈਠੀਆਂ। ਇੱਥੋਂ ਤੱਕ ਕਿ ਇੱਕ ਬੱਸ ਵਿੱਚ ਤਾਂ ਸਿਰਫ 2 ਸਵਾਰੀਆਂ ਲੁਧਿਆਣਾ ਦੇ ਲਈ ਹੀ ਬੈਠੀਆਂ ਹੋਈਆਂ ਸਨ। 200 ਰੁਪਏ ਵਿੱਚ ਲੁਧਿਆਣਾ ਦਾ ਚੱਕਰ ਲਗਾ ਕੇ ਦੱਸੋ ਉਹ ਕਿੱਧਰ ਜਾਣਗੇ। ਉਹਨਾਂ ਆਖਿਆ ਕਿ ਉਹਨਾਂ ਦੇ ਹਾਲਾਤ ਠੀਕ ਤਾਂ ਕੀ ਹੋਣੇ ਸੀ, ਉਲਟਾ ਉਹ ਹੋਰ ਕਰਜ਼ਦਾਰ ਹੁੰਦੇ ਜਾ ਰਹੇ ਨੇ, ਜਿਸ ਦੇ ਚੱਲਦਿਆਂ ਉਹਨਾਂ ਨੇ ਥੱਕ ਹਾਰ ਕੇ ਆਪਣੀਆਂ ਬੱਸਾਂ ਨੂੰ ਘਰੇ ਹੀ ਖੜਾ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਜੇ ਸਰਕਾਰ ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਉਹਨਾਂ ਦਾ 3 ਮਹੀਨਿਆਂ ਦਾ ਰੋਡ ਟੈਕਸ ਮੁਆਫ ਕਰੇ, ਡੀਜ਼ਲ ਦੇ ਰੇਟ ਉਹਨਾਂ ਨੂੰ ਸਬਸਿਡੀ ਦੇਵੇ, ਉਹਨਾਂ ਦਾ ਅੱਡਾ ਪਰਚੀ ਬੰਦ ਕੀਤੀ ਜਾਵੇ, ਨਾਲ ਹੀ ਉਹਨਾਂ ਨੂੰ ਟੋਲ ਫੀਸ ਦੇ ਵਿੱਚ ਵੀ ਰਾਹਤ ਦਿੱਤੀ ਜਾਵੇ। ਉਹਨਾਂ ਆਖਿਆ ਕਿ ਫਿਰ ਕਿਤੇ ਜਾ ਕੇ ਉਹਨਾਂ ਦੀ ਜ਼ਿੰਦਗੀ ਪਟੜੀ ਤੇ ਆ ਸਕੇਗੀ। ਉਹਨਾਂ ਆਖਿਆ ਕਿ ਜੇ ਸਰਕਾਰ ਨੇ ਇੰਜ ਨਾ ਕੀਤਾ ਤਾਂ ਉਹਨਾਂ 'ਚ ਪ੍ਰਦਰਸ਼ਨ ਕਰਨ ਦੀ ਹਿੰਮਤ ਵੀ ਨਹੀਂ ਰਹੇਗੀ, ਉਹ ਤਾਂ ਸਿਰਫ ਹੱਥ ਜੋੜ ਕੇ ਬੇਨਤੀ ਹੀ ਕਰ ਸਕਦੇ ਨੇ। ਉਹਨਾਂ ਆਖਿਆ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਾਰੇ ਪ੍ਰਾਈਵੇਟ ਬੱਸ ਮਾਲਕ ਇਕੱਠੇ ਹੋ ਕੇ ਆਪਣੀਆਂ ਬੱਸਾਂ ਦੀਆਂ ਚਾਬੀਆਂ ਸੂਬੇ ਦੇ ਮੁੱਖ ਮੰਤਰੀ ਨੂੰ ਸੌਂਪ ਦੇਣਗੇ। ਫਿਰ ਇਹ ਸਰਕਾਰ ਨੇ ਸੋਚਣਾ ਹੈ ਕਿ ਇਹਨਾਂ ਬੱਸਾਂ ਦਾ ਕੀ ਕਰਨਾ ਹੈ। ਹੁਣ ਉਹਨਾਂ 'ਚ ਹਿੰਮਤ ਤਾਂ ਨਹੀਂ ਰਹੀ ਬੱਸਾਂ ਨੂੰ ਸੰਭਾਲਣ ਦੀ, ਕਿਉਂਕਿ ਇਹੋ ਜਿਹੇ ਹਾਲਾਤ ਚੱਲ ਰਹੇ ਨੇ। ਇਸ ਤੋਂ ਨਹੀਂ ਲੱਗ ਰਿਹਾ ਕਿ ਹਾਲਾਤ ਠੀਕ ਹੋਣਗੇ। ਸਰਕਾਰ ਜਿੰਨੇ ਵੀ ਆਦੇਸ਼ ਦੇਵੇ ਕਿ ਬੱਸਾਂ ਭਰ ਕੇ ਚਲਾਓ, ਪਰ ਬੱਸਾਂ ਵਿੱਚ ਕੋਈ ਬੈਠਦਾ ਹੀ ਨਹੀਂ। ਲੋਕਾਂ ਵਿੱਚ ਕਰੋਨਾ ਵਾਇਰਸ ਦਾ ਡਰ ਹੀ ਇੰਨਾ ਵੱਧ ਗਿਆ ਹੈ, ਲੋਕ ਬੱਸਾਂ ਵਿੱਚ ਬੈਠਣ ਤੋਂ ਡਰ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪ੍ਰਾਈਵੇਟ ਬੱਸ ਮਾਲਕਾਂ ਨੇ ਤਾਂ ਆਪਣਾ ਦਰਦ ਸਰਕਾਰ ਨੂੰ ਦੱਸ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਪ੍ਰਾਈਵੇਟ ਬੱਸ ਮਾਲਕਾਂ ਲਈ ਕੀ ਕਰਦੀ ਹੈ, ਕਿ ਇਹਨਾਂ ਦੀਆਂ ਬੱਸਾਂ ਫਿਰ ਤੋਂ ਰੋਡ ਤੇ ਚੱਲ ਸਕਣਗੀਆਂ, ਕਿ ਇਹਨਾਂ ਦੇ ਡਰਾਈਵਰ ਸਬਜ਼ੀ ਵੇਚ ਰਹੇ ਨੇ, ਮਜ਼ਦੂਰੀ ਕਰ ਰਹੇ ਨੇ, ਕਿ ਉਹ ਫਿਰ ਤੋਂ ਬੱਸਾਂ ਚਲਾ ਸਕਣਗੇ। ਹੁਣ ਇਹਨਾਂ ਦੀ ਜ਼ਿੰਦਗੀ ਦਾ ਇਹ ਫੈਸਲਾ ਸਰਕਾਰ ਦੇ ਹੱਥ ਵਿੱਚ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਬਿਊਰੋ ਰਿਪੋਰਟ। ਕੋਈ ਫਾਇਦਾ ਨਹੀਂ 100% ਕਰਨ ਦਾ। ਤੁਹਾਡੀ ਬੱਸ ਕਿੱਥੋਂ ਤੋਂ ਕਿੱਥੇ ਜਾਂਦੀ ਹੈ? ਸਾਡੀ ਬੱਸ ਪਟਿਆਲੇ ਤੋਂ ਸੁਨਾਮ ਜਾਂਦੀ ਆ। ਤੇ 12 ਸਵਾਰੀਆਂ ਦਾ ਕਿੰਨਾ ਬਣ ਗਿਆ ਤੁਹਾਨੂੰ? 960 ਰੁਪਏ ਖਰਚਾ ਹੁੰਦਾ 1400 ਰੁਪਏ ਜੀ। ਤੁਹਾਨੂੰ ਖੁਸ਼ੀ ਹੋਈ ਜਿਹੜੀ ਕੈਪਟਨ ਨੇ ਕਿਹਾ ਬੱਸਾਂ ਭਰ? ਕੋਈ ਫਾਇਦਾ ਨਹੀਂ ਹੋਇਆ ਜੀ, ਸਵਾਰੀ ਹੈ ਹੀ ਨਹੀਂ। ਸਵਾਰੀ ਕਿੱਥੋਂ ਲਈਏ? ਸਵਾਰੀ ਨੂੰ ਵਾਪਸ ਕਰਨ ਵਾਸਤੇ ਕੁਝ ਸਵਾਰੀ ਨੂੰ ਸਰਕਾਰ ਰਹਿਤਾਂ ਦੇਵੇ, ਕਿਰਾਇਆ ਘਟਾਵੇ ਤਾਂ ਜੋ ਸਵਾਰੀ ਬੱਸਾਂ ਵੱਲ ਆਵੇ। ਸਾਡੀਆਂ ਬੱਸਾਂ ਜੀ ਨਾਭਾ ਟੂ ਸੰਗਰੂਰ ਅਹਿਮਦਗੜ੍ਹ ਚੱਲਦੀਆਂ ਨੇ। ਕੱਲ੍ਹ ਹੀ ਅਸੀਂ ਸ਼ੇਰਪੁਰ ਤੋਂ ਲੁਧਿਆਣਾ ਇੱਕ ਬੱਸ ਆਪਦੀ ਸਟਾਰਟ ਕੀਤੀ, ਜਿਹਦੀਆਂ ਕਿ ਬੜੇ ਅਫਸੋਸ ਦੀ ਗੱਲ ਆ ਵੀ ਸਿਰਫ 200 ਰੁਪਏ ਦੀਆਂ ਟਿਕਟਾਂ ਉਹਦੀਆਂ ਵਿਕੀਆਂ ਆਉਣ ਜਾਣ ਦੇ ਸਫ਼ਰ ਸਾਰੇ ਟੋਟਲ ਰੂਟ ਦੇ ਵਿੱਚ। ਸਰਕਾਰ ਤੋਂ ਫੌਰੀ ਰਾਹਤ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡਾ 30/9 ਤੱਕ ਜਿਹੜਾ ਰੋਡ ਟੈਕਸ ਹੈ ਉਹ ਹਲੇ ਵੀ ਮਾफ़ ਕੀਤਾ ਜਾਵੇ। ਸਰਕਾਰ ਨੇ 3 ਮਹੀਨਿਆਂ ਦਾ ਪਹਿਲਾਂ ਕੀਤਾ, ਪਹਿਲਾਂ ਕੀਤਾ ਜੀ 3 ਮਹੀਨਿਆਂ ਦਾ ਮਾफ़ ਕੀਤਾ, 30 ਤੱਕ ਮਾफ़ ਹੈ। ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡਾ 30/9 ਤੱਕ, ਕਿਉਂਕਿ ਬੱਸਾਂ ਹਲੇ ਪ੍ਰੋਪਰ ਤਰੀਕੇ ਨਾਲ ਨਹੀਂ ਚੱਲ ਸਕਦੀਆਂ। 3 ਘੱਟੋ ਘੱਟ 3 ਮਹੀਨਿਆਂ ਦਾ ਹੋਰ 30/9 ਤੱਕ ਸਾਨੂੰ ਟੈਕਸ ਦੀ ਹੋਰ ਰੇਟ ਦਿੱਤੀ ਜਾਵੇ, ਪਲੱਸ ਡੀਜ਼ਲ ਦੀਆਂ ਕੀਮਤਾਂ 'ਚੋਂ ਜੋ ਵੀ ਜਿੰਨਾ ਵੱਧ ਰਿਹਾ ਉਹਨੂੰ ਅਸੀਂ ਘਟਾਉਣ ਦੀ ਮੰਗ ਕਰਦੇ ਹਾਂ। ਪੰਜਾਬ ਸਰਕਾਰ ਨੂੰ ਬੜੀ ਪੂਰਜ਼ੋਰ ਮੰਗ ਕਰਦੇ ਹਾਂ ਵੀ ਸਾਰਾ ਟਰਾਂਸਪੋਰਟਰ ਮਹਿਕਮਾ ਜੋ ਸਾਡਾ ਤਕਰੀਬਨ ਖਤਮ ਹੋਣ ਦੇ ਕੰਢੇ 'ਤੇ ਆ ਗਿਆ। ਨਾ ਅਸੀਂ ਕਿਸ਼ਤਾਂ ਭਰਨ ਜੋਗੇ ਰਿਹਾ, ਨਾ ਅਸੀਂ ਬੱਸਾਂ ਚਲਾਉਣ ਜੋਗੇ ਰਿਹਾ। ਬਾਕੀ ਰਹਿੰਦਾ ਡੀਜ਼ਲ ਨੇ ਸਾਡੇ ਨੱਕ 'ਚ ਦਮ ਕਰ ਰੱਖਿਆ, ਜਿਹੜਾ ਕਿ ਦਿਨ ਪਰ ਦਿਨ ਵੱਧਦਾ 20-22 ਰੁਪਏ ਲੀਟਰ ਤੱਕ ਵੱਧ ਗਿਆ, 74-75 ਰੁਪਏ ਲੀਟਰ ਹੋ ਗਿਆ ਹੈ। ਇਹਦੇ ਵਿੱਚ ਸਾਨੂੰ ਨਹੀਂ ਪਤਾ ਵੀ ਸੈਂਟਰ ਸਰਕਾਰ ਜ਼ਿਆਦਾ ਟੈਕਸ ਲਾ ਰਹੀ ਆ ਜਾਂ ਪੰਜਾਬ ਸਰਕਾਰ ਵੀ ਲਾ ਰਹੀ ਆ। ਸਾਡੀ ਕੋਈ ਮਦਦ ਨਹੀਂ ਹੋ ਰਹੀ ਬਿਲਕੁਲ ਵੀ। ਇਹਦੇ ਵਿੱਚ ਜ਼ਿਮੀਂਦਾਰ ਤਬਕਾ ਵੀ ਫੇਲ ਹੋਣ ਦੇ ਕੰਢੇ 'ਤੇ ਹੈ, ਉਹ ਵੀ ਇੰਨਾ ਡੀਜ਼ਲ ਮਹਿੰਗਾ ਨਹੀਂ ਖਰੀਦ ਸਕਦਾ। ਟਰੱਕ ਆਪਰੇਟਰਾਂ ਨੂੰ ਵੀ ਕੋਈ ਬਚਤ ਨਹੀਂ ਹੋ ਰਹੀ, ਉਹ ਵੀ ਟਰੱਕ ਖੜੇ ਕਰਨ ਦੇ ਕੰਢੇ 'ਤੇ ਹੋਏ ਖੜੇ ਨੇ। ਤੇ ਸਾਡੀ ਬਹੁਤ ਹੱਥ ਬੰਨ੍ਹ ਕੇ ਬੇਨਤੀ ਆ ਸਰਕਾਰ ਨੂੰ ਵੀ ਸਾਨੂੰ ਜਿਹੜੀ ਵੀ ਇਹਨਾਂ ਨੇ 1/4 ਤੋਂ ਲੈ ਕੇ 30/6 ਤੱਕ ਟੈਕਸਾਂ ਦੇ ਵਿੱਚ ਰਿਆਇਤ ਦਿੱਤੀ ਆ, ਉਹ ਰਿਆਇਤ ਸਾਨੂੰ ਅੱਗੇ 30/9 ਤੱਕ ਟੈਕਸ ਦੇ ਵਿੱਚ ਰਿਆਇਤ ਦੇਵੇ ਸਰਕਾਰ। ਤੇ ਬਾਕੀ ਰਹਿੰਦਾ ਸਾਨੂੰ ਅੱਡਾ ਪਰਚੀ ਵੀ
ਮਤਲਬ ਹੁਣ ਬਹੁਤ ਚੁੱਭ ਰਹੀ ਆ, ਕਿਉਂਕਿ ਸਵਾਰੀ ਹੈ ਨਹੀਂ ਬਿਲਕੁਲ ਵੀ। 100 ਰੁਪਏ ਅੱਡਾ ਫੀਸ ਕਰ ਰੱਖੀ ਆ, ਜਿਹੜੀ ਕਿ ਸਾਡੀ ਵੀ ਉਹ ਵੀ ਸਾਡੀ ਲੁੱਟ ਆ। ਵੀ ਸਾਡੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ, ਜੇ ਸਾਨੂੰ ਉਹਨਾਂ ਨੇ ਚੱਲਦਾ ਰੱਖਣਾ ਜਾਂ ਸਾਂਭਦਾ ਰੱਖਣਾ ਤਾਂ ਸਾਨੂੰ ਰਾਹਤਾਂ ਦੇ ਗੱਫੇ ਦੇਵੇ, ਜਿਵੇਂ ਪਹਿਲਾਂ ਦਿੱਤਾ ਸਾਨੂੰ ਅੱਗੇ ਵੀ ਦੇਵੇ। ਤੇ ਇਸ ਤਰੀ ਸਾਨੂੰ ਜਿਹੜੇ ਸਾਡੇ ਬੀਮੇ ਨੇ ਬੱਸਾਂ ਦੇ ਕਰਵਾਏ ਹੋਏ, ਇੱਕ ਬੱਸ ਦਾ ਬੀਮਾ ਤਕਰੀਬਨ 90,000 ਰੁਪਏ ਦਾ ਹੁੰਦਾ, ਜਿਹਦੀ ਇੱਕ ਮਹੀਨੇ ਦੇ ਵਿੱਚ 6500 7000 ਰੁਪਈਆ ਬਣਦਾ। ਉਹ ਹੁਣ ਸਾਡੇ 4-4 ਮਹੀਨੇ ਤੋਂ ਗੱਡੀਆਂ ਖੜੀਆਂ ਨੇ ਤੇ ਸਾਡੇ ਉਹ ਵੀ ਗਲ ਪੈ ਗਿਆ। ਵੀ ਇਸ ਕਰਕੇ ਅਸੀਂ ਤਾਂ ਹੁਣ ਬਹੁਤ ਹੀ ਦੁਖੀ ਹਾਂ ਵੀ ਨਾ ਅਸੀਂ ਉਹਨਾਂ ਨੂੰ ਚਲਾ ਸਕਦੇ ਹਾਂ ਨਾ ਛੱਡ ਸਕਦੇ ਹਾਂ। ਸਾਡਾ ਤਾਂ ਇਹ ਵੀ ਜੇ ਤਾਂ ਸਰਕਾਰ ਸਾਡੇ ਤੋਂ ਚਾਬੀਆਂ ਫੜ ਲੈ ਇਹਨਾਂ ਦੀਆਂ, ਤੇ ਨਹੀਂ ਸਰਕਾਰ ਸਾਡੇ ਬਾਰੇ ਕੁਛ ਸੋਚੇ, ਡੀਜ਼ਲ ਦੇ ਰੇਟ ਘਟਾਵੇ। ਹੁਣ ਅਸੀਂ ਕਿਵੇਂ ਇੰਨਾ ਡੀਜ਼ਲ ਮਹਿੰਗਾ ਕਿਵੇਂ ਫੂਕੀਏ? ਜੇ ਬੱਸ ਚੱਲਦੀ ਹੈ ਉਹ 'ਚ 5 ਜਾਂ 7 ਸਵਾਰੀਆਂ ਹੁੰਦੀਆਂ ਨੇ ਤੇ ਉਹਦੇ ਨਾਲ ਸਾਡਾ ਘਰ ਪੂਰਾ ਨਹੀਂ ਹੁੰਦਾ। ਹੁਣ ਕਿਰਾਇਆ ਵਧਾਇਆ 6 ਪੈਸੇ, ਜਿਹਦੇ ਨਾਲ 70 ਰੁਪਏ ਸੰਗਰੂਰ ਦੇ ਪਹਿਲਾਂ ਦੇ 70 ਹੁਣ ਬਣੇ ਨੇ, 80 ਰੁਪਏ ਸੁਨਾਮ ਦੇ ਤੇ 80 ਸੁਨਾਮ ਦੇ ਬਣੇ ਨੇ। ਵੀ ਅਸੀਂ ਮਤਲਬ ਕਿੱਧਰ ਨੂੰ ਜਾਈਏ? ਇਹਨਾਂ ਨੂੰ ਚਲਾਈਏ ਜਾਂ ਖੜਾਈਏ ਕਿਸੇ ਸਟੇਜ ਤੇ ਵੀ? ਅਸੀਂ ਨਾ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ। ਸਰਕਾਰ ਤੋਂ ਤਾਂ ਅਸੀਂ ਬੇਨਤੀ ਕਰਕੇ ਕੁਝ ਲੈ ਸਕਦੇ ਹਾਂ। ਪ੍ਰਦਰਸ਼ਨ ਨਾਲ ਸਰਕਾਰ ਸਾਨੂੰ ਫਿਰ ਇੱਕ ਅਸੀਂ ਉਹਨਾਂ ਤੋਂ ਮੰਗਣਾ, ਇੱਕ ਅਸੀਂ ਹੁਣ ਉਹਨਾਂ ਦੇ ਖਿਲਾਫ ਬੋਲੀਏ। ਪੰਜਾਬ ਸਰਕਾਰ ਵੱਲੋਂ ਅੱਜ ਟੈਕਸ ਦੇ ਕਿਰਾਏ ਵਿੱਚ ਵਾਧਾ ਕਰਨ ਸੰਬੰਧੀ ਬਿਲਕੁਲ ਹੀ ਇਸ ਹੱਕ 'ਚ ਨਹੀਂ ਹੈਗੇ ਅਸੀਂ। ਡੀਜ਼ਲ ਨੇ ਮਾਰ ਇੰਨੀ ਮਾਰੀ ਹੈ, 12 ਰੁਪਏ ਤਾਂ ਪੰਜਾਬ ਸਰਕਾਰ ਉਹਦਾ ਟੈਕਸ ਲਈ ਜਾਂਦੀ ਹੈ ਲੀਟਰ ਦਾ, 20-22 ਰੁਪਏ ਲਈ ਜਾਂਦੀ ਹੈ ਸੈਂਟਰ ਸਰਕਾਰ। ਡੀਜ਼ਲ ਦੀ ਇੰਨੀ ਮਾਰ ਹੈ ਵੀ ਸਾਨੂੰ ਕਿਰਾਇਆ ਵਧਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਨਾ ਤਾਂ ਬੱਸਾਂ 'ਚ 5 ਤੋਂ 6 ਸਵਾਰੀਆਂ ਹੁੰਦੀਆਂ ਨੇ। ਬਿਲਕੁਲ ਹੀ ਇਹ ਜਿਹੜਾ ਅਦਾਰਾ ਹੈ ਇਹ ਖਤਮ ਹੋਣ ਦੇ ਕਿਨਾਰੇ ਹੈ। ਅੱਜ ਨਹੀਂ ਹੋਊਗਾ 6 ਮਹੀਨਿਆਂ ਨੂੰ, 3 ਮਹੀਨਿਆਂ ਨੂੰ ਇਹ ਖਤਮ ਹੀ ਹੋ ਜਾਣਾ। ਮੈਂ 5000 ਰੁਪਇਆ ਮੈਂ 2 ਦਿਨਾਂ 'ਚ, ਇੱਕ ਦਿਨ 'ਚ ਮੈਂ 5000 ਰੁਪਇਆ ਉਹਨਾਂ ਦਾ ਲੋਸ ਚੱਲ ਰਿਹਾ 2 ਬੱਸਾਂ ਚਲਾਉਣ ਦਾ, ਤੇ 2 ਦਿਨਾਂ 'ਚ 10000 ਰੁਪਇਆ ਹੋ ਜਾਣਾ। ਮੈਂ ਕਿੱਥੋਂ ਟੈਕਸ ਭਰ ਲੂੰਗਾ? ਕਿੱਥੋਂ ਮੈਂ ਇਹਨਾਂ ਨੂੰ ਚਲਾ ਲੂੰਗਾ? ਚਾਹੁੰਦੇ ਕੀ ਆ ਜੀ? ਅਸੀਂ ਤਾਂ ਇਹ ਜਾਣਾ ਵੀ ਸਾਨੂੰ ਟੈਕਸ ਦੀ ਉਹ ਕੀਤੀ, ਇਹਦੀ 3 ਤੱਕ ਟੈਕਸ ਦੀ ਮਾਫੀ ਦਿੱਤੀ ਜਾਵੇ, ਅੱਡਾ ਫੀਸਾਂ ਮਾਫ ਕਰੀਆਂ ਜਾਣ, ਡੀਜ਼ਲ ਦਾ ਮੈਕਸਿਮਮ ਡੀਜ਼ਲ ਘਟਾਇਆ ਜਾਵੇ ਰੇਟ ਦਾ, ਟੋਲ ਟੈਕਸ ਤੇ ਕੰਨੀ ਮਾਫੀ ਹੋਵੇ। ਬਸ ਇਹੀ ਸਰਕਾਰ ਨੂੰ ਬੇਨਤੀ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਫੇਰ ਕਰਾਂਗੇ। ਟ੍ਰੇਲਾ ਸਲਾਮ ਚੱਲਦੀ ਆ ਜੀ, 3 ਮਹੀਨਿਆਂ ਤੋਂ ਖੜੀਆਂ ਨੇ, ਚਲਾ ਕੇ ਦੇਖੀਆਂ ਸੀ 2 ਦਿਨ ਡੀਜ਼ਲ ਕੋਲੋਂ ਪੈ ਗਿਆ ਜੀ। ਤੇ ਸਰਕਾਰ ਦੇ ਐਲਾਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ? ਸਰਕਾਰ ਦੇ ਐਲਾਨ ਆਰਟੀਓ ਸਾਹਿਬ ਜਿਹੜੇ ਕੋਈ ਸਪੈਸ਼ਲ ਬਾਹਰ ਬੱਸਾਂ ਜਾਂਦੀਆਂ ਨੇ ਉਹਨਾਂ ਦੀ ਕੋਈ ਪਰਮਿਸ਼ਨ ਨਹੀਂ ਮਿਲਦੀ ਜੀ। ਤੇ ਵਾਂਝਦੀ ਵੀ ਚਲੋ ਬਾਹਰ ਥੋੜਾ ਮੋਟਾ ਕੰਮ ਕਰ ਲਾਂਗੇ, ਉਹਨਾਂ ਦੀ ਪਰਮਿਸ਼ਨ ਨਹੀਂ ਦਿੰਦੇ। ਗੱਡੀਆਂ ਇਸ ਕਰਕੇ ਸਾਡੀਆਂ ਖੜੀ ਨੇ ਜਦ ਤੋਂ ਲੋਕਡਾਊਨ। ਅਸੀਂ ਪ੍ਰੀਤ ਬੱਸ ਸਰਵਿਸ ਰਜਿਸਟਰਡ ਸੁਨਾਮ ਤੋਂ ਹਾਂ। ਸਾਡੇ ਟਾਈਮ ਲੁਧਿਆਣਾ ਟੂ ਬਠਿੰਡਾ ਵਾਇਆ ਸੁਨਾਮ ਚੱਲਦੇ ਨੇ। ਕੋਈ ਵੀ ਗੱਡੀ ਸਾਡੀ 1-2 ਗੱਡੀਆਂ ਹੀ ਚਲਾ ਕੇ ਦੇਖੀਆਂ ਨੇ ਜਿਹੜੀਆਂ ਡੀਜ਼ਲ ਪੂਰਾ ਨਹੀਂ ਕਰਦੀਆਂ। 18 ਰੁਪਏ ਪਰ ਲੀਟਰ ਸਾਨੂੰ 1 ਕਿਲੋਮੀਟਰ ਤੇ 18 ਰੁਪਏ ਡੀਜ਼ਲ ਪੈਂਦਾ। ਅਸੀਂ ਰਸੀਟ ਸਾਡੀ 10-12 ਰੁਪਏ ਆ ਰਹੀ ਹੈ। ਮਰੇਕ ਕੋਲਾ ਬੰਦ ਹੋਣ ਨਾਲ ਸੰਗਰੂਰ ਲੁਧਿਆਣਾ ਰੂਟ ਬਿਲਕੁਲ ਡੈੱਡ ਹੋ ਚੁੱਕਿਆ। ਸਾਡੀ ਸਰਕਾਰ ਨੂੰ ਮੰਗ ਹੈ, ਪਹਿਲੀ ਗੱਲ ਤਾਂ ਅੱਡਾ ਫੀਸ ਬੰਦ ਕਰ ਦੇਣੀ ਚਾਹੀਦੀ ਹੈ। ਸੈਕੰਡਲੀ ਟੋਲ ਪਲਾਜ਼ੇ ਬਿਲਕੁਲ ਨਹੀਂ ਲੈਣੇ ਚਾਹੀਦੇ। ਤੀਜਾ, ਕਿਰਾਇਆ ਵਧਾਉਣ ਨਾਲ ਕੋਈ ਬੈਨੀਫਿਟ ਨਹੀਂ ਹੋਇਆ। ਕਿਰਾਇਆ ਤਾਂ ਲੋਕਾਂ ਦੀ ਜੇਬ ਦੇ ਵਿੱਚ ਪਹਿਲੀ ਨਹੀਂ ਹੈ, ਕਿਉਂਕਿ ਉਹ ਕਿੱਥੋਂ ਲਿਆਉਣ, ਕਿਉਂਕਿ ਉਹ 3 ਮਹੀਨਿਆਂ ਤੋਂ ਵਿਹਲੇ ਫਿਰ ਰਹੇ। ਡੀਜ਼ਲ ਦਾ ਰੇਟ ਘਟਾਵੇ ਤੇ ਕਿਰਾਇਆ ਘਟਾਵੇ, ਜਾਂ ਇਹਦੇ ਨਾਲੋਂ ਡੀਜ਼ਲ ਦਾ ਰੇਟ ਦੇਣ, ਕੋਈ ਬੈਡ ਸਿਸਟਮ 'ਚ ਘਟਾਉਣ ਡੀਜ਼ਲ ਨੂੰ, ਤਾਂ ਕਿ ਇਹ ਚੱਲਦੀਆਂ ਰਹਿ ਜਾਣ। ਨਹੀਂ ਤਾਂ ਫਿਰ ਜਿਵੇਂ ਸਾਰੇ ਟਰਾਂਸਪੋਰਟਰ ਕਹਿੰਦੇ ਨੇ ਇਕੱਠੇ ਹੋ ਕੇ ਚਾਬੀਆਂ ਸੰਭਾਉਣ ਵਾਲੀ ਗੱਲ ਰਹਿ ਗਈ, ਹੋਰ ਪੱਲੇ ਕੁਛ ਨਹੀਂ ਰਿਹਾ। ਬਾਕੀ ਟਰਾਂਸਪੋਰਟਰ ਮੁਲਾਜ਼ਮ ਵਿਚਾਰੇ ਭੁੱਖੇ ਮਰਦੇ ਨੇ। ਜਿਹੜੇ ਹਾਕਰ ਨੇ ਉਹ ਸਬਜ਼ੀ ਦੀਆਂ ਰੇਹੜੀਆਂ ਲਾਉਣ ਲੱਗ ਗਏ। ਜਿਹੜੇ ਡਰਾਈਵਰ ਨੇ ਕੋਈ ਟਰੱਕ ਚਲਾਉਣ ਲੱਗ ਗਿਆ, ਕੋਈ ਕੁਛ ਕਰ ਰਿਹਾ, ਕੋਈ ਦਿਹਾੜੀ ਕਰ ਰਿਹਾ, ਕੋਈ ਜੀਰੀ ਲਾਉਣ ਲੱਗ ਗਿਆ। ਅਸੀਂ ਧੱਕੇ ਖਾਂਦੇ ਫਿਰਦੇ ਹਾਂ, ਘਰੋਂ ਆ ਜਾਂਦੇ ਹਾਂ, ਦੇਖ ਕੇ ਘਰ ਨੂੰ ਮੁੜ ਜਾਂਦੇ ਹਾਂ। ਜੇ ਇਹੀ ਹਾਲਾਤ ਰਿਹਾ ਤਾਂ ਟਰਾਂਸਪੋਰਟ ਇੰਡਸਟਰੀ 6 ਮਹੀਨੇ ਕੱਟਦੀ ਨਹੀਂ, ਉਦੋਂ ਪਹਿਲਾਂ ਖਤਮ ਹੋ ਜਾਏ। ਇਹਦੇ ਕਰਕੇ ਜੇ ਮਾਲਕ ਬਚਣਗੇ ਤਾਂ ਅਸੀਂ ਬਚਾਂਗੇ ਜੀ। ਹੁਣ ਸਾਨੂੰ 3 ਮਹੀਨੇ ਹੋ ਗਏ ਘਰੇ ਬੈਠਿਆਂ ਨੂੰ ਜੀ, ਹੋਰ ਸਾਨੂੰ ਕੋਈ ਕੰਮ ਨਹੀਂ ਹੈਗਾ ਜੀ। ਰੋਟੀ ਪਾਣੀ ਖਰਚਾ ਨਹੀਂ ਚੱਲਦਾ ਜੀ, ਬਹੁਤ ਮੁਸ਼ਕਲ ਹੈ ਜੀ। ਬੁਰਾ ਹਾਲ ਹੈ। ਹਾਂ ਜੀ, ਬੁਰਾ ਹਾਲ ਹੈ ਜੀ। ਘਰੇ ਬੈਠੇ ਆ ਜੀ, ਘਰੋਂ ਚੱਲ ਰਿਹਾ, ਹੋਰ ਕਿੱਥੋਂ ਜੀ? ਮਾਲਕ ਤਾਂ ਹੁਣ ਜਦੋਂ ਗੱਡੀਆਂ ਚੱਲਣਗੀਆਂ ਤਾਂ ਮਾਲਕ ਸਾਨੂੰ ਦੇਣਗੇ। 3 ਮਹੀਨੇ ਹੋ ਗਏ ਸਾਨੂੰ ਘਰੇ ਬੈਠਿਆਂ ਨੂੰ। ਸਰਕਾਰ ਨੂੰ ਤੇ ਵੀ ਖਣੀ ਬੱਸਾਂ ਬਿਨਾਂ ਡਰਾਈਵ ਕਨੈਕਟਰਾਂ ਤੋਂ ਚੱਲਦੀਆਂ ਸੀਗੀਆਂ। ਹੁਣ ਸਾਨੂੰ ਦੇਖੇ ਸਰਕਾਰ, ਸਾਡੇ ਵੱਲ ਵੀ ਦੇਖੇ, ਡਰਾਈਵ ਕਿਸੇ ਵੀ ਬਿਆਨ ਨਹੀਂ ਦਿੱਤਾ ਕਿਸੇ ਮੰਤਰੀ ਨੇ ਡਰਾਈਵ ਕਨੈਕਟਰ ਬਾਰੇ। ਡਰਾਈਵ ਕਨੈਕਟਰਾਂ ਦੇ ਸਿਰ ਤੇ ਬੱਸਾਂ ਚੱਲਦੀਆਂ ਨੇ, ਉਹਨਾਂ ਨੂੰ ਪੁੱਛੀ ਅਸੀਂ। ਹੁਣ ਮਾਲਕ ਦੇ ਮੱਥੇ ਅਸੀਂ ਕਿਵੇਂ ਲੱਗੀਏ? ਮਾਲਕ ਹੋਊਗਾ ਗੱਡੀ ਚੱਲੂ ਭਾਈ ਤਾਂ ਤੈਨੂੰ ਅਸੀਂ ਕੁਝ ਦੇਵਾਂਗੇ। ਇਹਦਾ ਪ੍ਰਾਈਵੇਟ ਮਹਿਕਮਾ ਜੀ, ਕੋਈ ਸਰਕਾਰੀ ਤਾਂ ਹੈ ਨਹੀਂ। ਸਾਡੀਆਂ ਤਨਖਾਹਾਂ ਪੈਂਦੀਆਂ ਨੇ।